ਸਮਾਜ ਵਿੱਚ ਕੁਝ ਅਜਿਹੇ ਮਸਲੇ ਹੁੰਦੇ ਹਨ ਜੋ ਕਿ ਸਮਾਜਿਕ ਨਿਯਮਾਂ ਦੇ ਖਿਲਾਫ ਹੁੰਦੇ ਹਨ, ਪਰ ਫਿਰ ਵੀ ਲੋਕ ਉਹਨਾਂ ਨੂੰ ਘਟਿਤ ਕਰਦੇ ਹੀ ਰਹਿੰਦੇ ਹਨ। ਸਮਾਜ ਵਿੱਚ ਕੁਝ ਅਜਿਹੇ ਅੰਸ਼ ਹੁੰਦੇ ਹਨ ਜੋ ਕਿ ਸਮਾਜ ਨੂੰ ਗੰਦਲਾ ਤਾਂ ਕਰਦੇ ਹੀ ਹਨ, ਨਾਲ ਹੀ ਆਪਣੇ ਘਰਾਂ ਵਿੱਚ ਵੀ ਦੁੱਖ ਕਲੇਸ਼ ਦਾ ਕਾਰਨ ਬਣਦੇ ਹਨ। ਸਮਾਜ ਦੇ ਇਹਨਾਂ ਪਹਿਲੂਆਂ ਤੋਂ ਵੀ ਕੁਝ ਕਹਾਣੀਆਂ ਸਾਹਮਣੇ ਆਉਂਦੀਆਂ ਹਨ ਜੋ ਕਿ ਦਰਸ਼ਕਾਂ ਨਾਲ ਸਾਂਝੀਆਂ ਕਰਨੀਆਂ ਜ਼ਰੂਰੀ ਤਾਂ ਹੁੰਦੀਆਂ ਹਨ, ਪਰ ਸ਼ਰਮਸਾਰ ਕਰ ਦੇਣ ਵਾਲੀਆਂ ਹੁੰਦੀਆਂ ਹਨ। ਜੇਕਰ ਗੱਲ ਕੀਤੀ ਜਾਵੇ ਰਿਸ਼ਤਿਆਂ ਦੀ, ਤਾਂ ਅਨੇਕਾਂ ਰਿਸ਼ਤਿਆਂ ਵਿੱਚੋਂ ਇੱਕ ਰਿਸ਼ਤਾ ਪਤੀ ਪਤਨੀ ਦਾ ਵੀ ਹੁੰਦਾ ਹੈ ਜੋ ਕਿ ਇੱਕ ਬਿਲਕੁਲ ਹੀ ਬਰੀਕ ਧਾਗੇ ਦੇ ਨਾਲ ਬੰਨਿਆ ਹੁੰਦਾ ਹੈ। ਜੇਕਰ ਵਿਸ਼ਵਾਸ ਦੀ ਕਮੀ ਹੋ ਜਾਵੇ ਤਾਂ ਇਹ ਰਿਸ਼ਤਾ ਚੂਰ-ਚੂਰ ਹੁੰਦਿਆਂ ਬਹੁਤਾ ਸਮਾਂ ਨਹੀਂ ਲੱਗਦਾ। ਉੱਥੇ ਜੇਕਰ ਇੱਕ ਵਾਰ ਇਹ ਰਿਸ਼ਤਾ ਚੂਰ-ਚੂਰ ਹੋ ਜਾਵੇ ਤਾਂ ਇਹ ਰਿਸ਼ਤਾ ਕਦੇ ਦੁਬਾਰਾ ਨਹੀਂ ਜੁੜਦਾ। ਅਸੀਂ ਅਕਸਰ ਹੀ ਦੇਖਦੇ ਹਾਂ ਕਿ ਕਈ ਵਾਰ ਔਰਤਾਂ ਆਪਣੇ ਸੰਬੰਧ ਆਪਣੇ ਪਤੀ ਤੋਂ ਬਿਨਾਂ ਹੋਰਾਂ ਮਰਦਾਂ ਨਾਲ ਜੋੜ ਲੈਂਦੀਆਂ ਹਨ, ਜੋ ਕਿ ਬਹੁਤ ਹੀ ਸ਼ਰਮਨਾਕ ਅਤੇ ਘਟੀਆ ਹਰਕਤ ਹੁੰਦੀ ਹੈ। ਪਰ ਕਈ ਵਾਰ ਅਜਿਹਾ ਵੀ ਸਾਹਮਣੇ ਆਉਂਦਾ ਹੈ ਕਿ ਔਰਤਾਂ ਆਪਣੇ ਸਰੀਰਕ ਸੰਬੰਧ ਆਪਣੇ ਤੋਂ ਬਹੁਤ ਹੀ ਛੋਟੀ ਉਮਰ ਦੇ ਲੜਕਿਆਂ ਨਾਲ ਵੀ ਬਣਾਉਂਦੀਆਂ ਹਨ। ਅਜਿਹੀ ਇੱਕ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਵਿੱਚ ਇੱਕ ਅਨੂਪ ਕਾਲਪਨਿਕ ਨਾਮ ਦਾ ਲੜਕਾ ਜੋ ਕਿ 17 ਸਾਲਾਂ ਦੀ ਉਮਰ ਦਾ ਹੁੰਦਾ ਹੈ ਆਪਣੇ ਸੰਬੰਧ ਆਪਣੀ ਗੁਆਂਢਣ ਭਰਜਾਈ ਨਾਲ ਬਣਾਉਂਦਾ ਹੈ। ਦਰਅਸਲ ਅਨੂਪ 17 ਸਾਲਾਂ ਦਾ ਹੈ ਜੋ ਕਿ 12ਵੀਂ ਜਮਾਤ ਦਾ ਵਿਦਿਆਰਥੀ ਹੈ। ਇੱਕ ਵਾਰ ਜਦੋਂ ਅਨੂਪ ਸਕੂਲ ਤੋਂ ਆਪਣੇ ਘਰ ਵਾਪਸ ਆ ਰਿਹਾ ਹੁੰਦਾ ਹੈ ਤਾਂ ਉਹ ਦੇਖਦਾ ਹੈ ਕਿ ਉਸ ਦੀ ਮਾਂ ਨਾਲ ਇੱਕ ਖੂਬਸੂਰਤ ਔਰਤ ਗੱਲਾਂ ਮਾਰ ਰਹੀ ਹੁੰਦੀ ਹੈ ਅਤੇ ਦੇਖਣ ਵਿੱਚ ਕਾਫੀ ਜਵਾਨ ਅਤੇ ਪੜ੍ਹੀ ਲਿਖੀ ਲੱਗਦੀ ਹੈ। ਮਾਂ ਨੇ ਅਨੂਪ ਨੂੰ ਦੱਸਿਆ ਕਿ ਉਹ ਔਰਤ ਨਾਲ ਵਾਲੇ ਘਰ ਵਿੱਚ ਆਪਣੇ ਪਤੀ ਦੇ ਨਾਲ ਰਹਿਣ ਲਈ ਆਈ ਹੈ। ਗੱਲਾਂ ਹੀ ਗੱਲਾਂ ਵਿੱਚ ਜਦੋਂ ਪਤਾ ਚੱਲਿਆ ਮਾਇਆ ਕਾਲਪਨਿਕ ਨਾਮ ਦੀ ਉਹ ਖੂਬਸੂਰਤ ਗੁਆਂਢਣ ਇੰਗਲਿਸ਼ ਵਿੱਚ MA ਹੈ ਤਾਂ ਅਨੂਪ ਦੀ ਮਾਂ ਨੇ ਬਿਨਾਂ ਕਿਸੇ ਦੇਰੀ ਦੇ ਮਾਇਆ ਨੂੰ ਅਨੂਪ ਦਾ ਟਿਊਸ਼ਨ ਪੜ੍ਹਨਾ ਪੱਕਾ ਕਰ ਦਿੱਤਾ। ਅਨੂਪ ਤਾਂ ਆਪਣੀ ਮਾਇਆ ਭਰਜਾਈ ਦੇ ਕੋਲ ਪੜ੍ਹਨ ਦੇ ਖਿਆਲ 'ਚ ਹੀ ਨੱਚਣ ਗਾਉਣ ਲੱਗਾ। ਅਗਲੇ ਹਫ਼ਤੇ ਜਦੋਂ ਅਨੂਪ ਦਾ ਟਿਊਸ਼ਨ ਸ਼ੁਰੂ ਹੋਇਆ ਤਾਂ ਉਹ ਪੜ੍ਹਨ ਵੱਲ ਘੱਟ ਮਾਇਆ ਭਰਜਾਈ ਉੱਤੇ ਜ਼ਿਆਦਾ ਧਿਆਨ ਰੱਖਦਾ ਸੀ। ਹੈਰਤ ਦੀ ਗੱਲ ਤਾਂ ਇਹ ਸੀ ਕਿ ਮਾਇਆ ਭਰਜਾਈ ਉਸ ਨੂੰ ਕਦੇ ਇਸ ਗੱਲ ਲਈ ਟੋਕਦੀ ਨਹੀਂ ਸੀ। ਉਹ ਕਦੇ ਕਾਪੀ ਫੜਨ ਦੇ ਬਹਾਨੇ ਉਸ ਦੇ ਹੱਥਾਂ ਨੂੰ ਛੂੰਹਦੀ ਸੀ ਤਾਂ ਕਦੇ ਉਸ ਨੂੰ ਆਪਣੇ ਕਰੀਬ ਬਿਠਾਉਂਦੀ ਸੀ। ਸ਼ੁੱਕਰਵਾਰ ਦਾ ਦਿਨ ਸੀ। ਅਨੂਪ ਰੋਜ਼ ਦੀ ਤਰ੍ਹਾਂ ਮਾਇਆ ਭਰਜਾਈ ਦੇ ਕੋਲ ਪੜ੍ਹਨ ਲਈ ਗਿਆ ਅਤੇ ਔਰਤ ਕੁਝ ਬਿਮਾਰ ਜਿਹੀ ਲੱਗ ਰਹੀ ਸੀ। ਜਦੋਂ ਅਨੂਪ ਘਰ ਪਹੁੰਚਿਆ ਤਾਂ ਉਹਨਾਂ ਨੇ ਅਨੂਪ ਨੂੰ ਬੈੱਡਰੂਮ ਵਿੱਚ ਹੀ ਪੜ੍ਹਨ ਲਈ ਬੁਲਾਇਆ। ਜਦੋਂ ਅਨੂਪ ਬੈੱਡ ਉੱਤੇ ਬੈਠਾ ਪੜ੍ਹ ਰਿਹਾ ਸੀ ਤਾਂ ਉਸ ਦਾ ਧਿਆਨ ਆਪਣੀ ਪੜ੍ਹਾਈ ਵੱਲ ਘੱਟ ਅਤੇ ਮਾਇਆ ਨਾਮ ਦੀ ਔਰਤ ਉੱਤੇ ਜ਼ਿਆਦਾ ਰਹਿੰਦਾ ਸੀ। ਮਾਇਆ ਅਚਾਨਕ ਹੀ ਜਦ ਖੰਘਦੀ ਹੈ ਤਾਂ ਅਨੂਪ ਨੂੰ ਲੱਗਦਾ ਕਿ ਉਹਨਾਂ ਦੀ ਤਬੀਅਤ ਵਿਗੜ ਰਹੀ ਹੈ ਤਾਂ ਅਨੂਪ ਮਾਇਆ ਵਾਸਤੇ ਪਾਣੀ ਦਾ ਗਲਾਸ ਲਿਆਉਂਦਾ ਹੈ ਤਾਂ ਮਾਇਆ ਨੇ ਉਹ ਗਲਾਸ ਉਸਦੇ ਹੱਥੋਂ ਫੜ ਕੇ ਪਾਣੀ ਪੀਣ ਦੀ ਬਜਾਏ ਆਪਣੀ ਧੌਣ ਉੱਤੇ ਪਾ ਲਿਆ। ਜਿਸ ਮਗਰੋਂ ਮਾਇਆ ਨੇ ਅਨੂਪ ਨੂੰ ਪਾਣੀ ਸਾਫ਼ ਕਰਨ ਲਈ ਕਿਹਾ ਤਾਂ ਅਨੂਪ ਨੇ ਉਵੇਂ ਹੀ ਕੀਤਾ ਜਿਸ ਤਰ੍ਹਾਂ ਮਾਇਆ ਨੇ ਕਿਹਾ, ਪਰ ਮਾਇਆ ਭਰਜਾਈ ਦੀ ਇੱਛਾ ਕੁਝ ਹੋਰ ਹੀ ਸੀ। ਉਹਨਾਂ ਨੇ ਅਨੂਪ ਨੂੰ ਆਪਣੀ ਤਰਫ ਖਿੱਚਿਆ ਅਤੇ ਉਸ ਨੂੰ ਚੁੰਮ ਲਿਆ। ਪਹਿਲਾਂ ਅਨੂਪ ਥੋੜ੍ਹਾ ਹਿਚਕਚਾਇਆ, ਪਰ ਆਪਣੇ ਆਪ ਨੂੰ ਦੂਰ ਕਰਨ ਦੀ ਬਜਾਏ ਉਸਨੇ ਮਾਇਆ ਭਰਜਾਈ ਦੀਆਂ ਬਾਹਾਂ ਵਿੱਚ ਰਹਿਣਾ ਜ਼ਿਆਦਾ ਮਜ਼ੇਦਾਰ ਸਮਝਿਆ। ਇਸ ਦੇ ਬਾਅਦ ਤਾਂ ਉਹਨਾਂ ਦੋਨਾਂ ਦੀ ਉਸੇ ਬੈੱਡ ਉੱਤੇ ਪਿਆਰ ਦੀ ਟਿਊਸ਼ਨ ਚੱਲ ਪਈ। ਮਾਇਆ ਭਰਜਾਈ ਅਤੇ ਅਨੂਪ ਦੇ ਇਸ ਨਾਜਾਇਜ਼ ਸਬੰਧਾਂ ਦਾ ਸਿਲਸਿਲਾ ਤਕਰੀਬਨ 2-3 ਹਫ਼ਤੇ ਤੱਕ ਚੱਲਿਆ। ਇਸ ਬਾਰੇ ਨਾ ਹੀ ਕਿਸੇ ਨੂੰ ਕੋਈ ਸ਼ੱਕ ਹੋਇਆ ਅਤੇ ਨਾ ਹੀ ਉਹਨਾਂ ਨੇ ਕਿਸੇ ਦੀ ਪਰਵਾਹ ਕੀਤੀ। ਪਰ ਇੱਕ ਦਿਨ ਜਦੋਂ ਮਾਇਆ ਭਰਜਾਈ ਦੇ ਪਤੀ ਦਿਨੇਸ਼ ਕਾਲਪਨਿਕ ਨਾਮ ਆਫਿਸ ਤੋਂ ਬਿਨਾਂ ਦੱਸੇ ਜਲਦੀ ਘਰ ਪਰਤਿਆ ਤਾਂ ਉਹਨਾਂ ਨੇ ਡੋਰਬੈਲ ਵਜਾਉਣ ਨਾਲੋਂ ਬਿਹਤਰ ਆਪਣੀ ਪਤਨੀ ਨੂੰ ਸਰਪ੍ਰਾਈਜ਼ ਦੇਣਾ ਵਧੀਆ ਸਮਝਿਆ। ਆਪਣੇ ਕੋਲ ਰੱਖੀ ਕੁੰਜੀ ਨਾਲ ਜਦ ਦਰਵਾਜ਼ਾ ਖੋਲ੍ਹਿਆ ਤਾਂ ਪਤੀ ਦੇ ਹੋਸ਼ ਉੱਡ ਗਏ। ਜਿਸ ਤੋਂ ਬਾਅਦ ਉਸਨੇ ਦੇਖਿਆ ਅਨੂਪ ਅਤੇ ਉਸਦੀ ਪਤਨੀ ਮਾਇਆ ਬਿਸਤਰ ਵਿੱਚ ਲਿਪਟੇ ਹੋਏ ਸਨ, ਜਿਸ ਨੂੰ ਦੇਖ ਕੇ ਦਿਨੇਸ਼ ਹੈਰਾਨ ਰਹਿ ਗਿਆ ਅਤੇ ਉਸਨੇ ਦੋਨਾਂ ਨੂੰ ਖੂਬ ਕੁੱਟਿਆ। ਅਨੂਪ ਕਿਸੇ ਤਰ੍ਹਾਂ ਆਪਣੇ ਕੱਪੜੇ ਚੁੱਕ ਕੇ ਉੱਥੋਂ ਭੱਜਿਆ। ਉਹ ਘਰ ਪਹੁੰਚਿਆ ਅਤੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਉੱਥੇ ਹੀ ਬੈਠਾ ਰਿਹਾ। ਕੁਝ ਦੇਰ ਬਾਅਦ ਜਦੋਂ ਮਾਂ-ਬਾਪ ਆਏ ਤਾਂ ਉਹਨਾਂ ਨੇ ਜ਼ਬਰਦਸਤੀ ਅਨੂਪ ਨੂੰ ਕਮਰੇ ਚੋਂ ਕੱਢਿਆ ਅਤੇ ਕੁੱਟ ਕਟਾਪਾ ਕੀਤਾ। ਇੱਕ ਦਿਨ ਅਨੂਪ ਮਾਇਆ ਭਰਜਾਈ ਦੇ ਘਰ ਜਾ ਪਹੁੰਚਿਆ ਅਤੇ ਮਾਇਆ ਨੇ ਦਰਵਾਜ਼ਾ ਖੋਲ੍ਹਿਆ ਤਾਂ ਅਨੂਪ ਨੇ ਉਹਨਾਂ ਦੇ ਮੂੰਹ ਤੇ ਥੱਪੜ ਜੜ ਦਿੱਤਾ ਅਤੇ ਜੇਬ ਚੋਂ ਬਲੇਡ ਕੱਢ ਕੇ ਉਹਨਾਂ ਦੀ ਧੌਣ ਉੱਤੇ ਚਲਾਉਣ ਦੀ ਕੋਸ਼ਿਸ਼ ਕੀਤੀ। ਮਾਇਆ ਤਾਂ ਬਚ ਗਈ, ਪਰ ਅਨੂਪ ਨੂੰ ਉਹਨਾਂ ਦੀ ਜਾਨ ਲੈਣ ਦੀ ਕੋਸ਼ਿਸ਼ ਦੇ ਜੁਰਮ ਵਿੱਚ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਜਿਸ ਤੋਂ ਬਾਅਦ ਅਨੂਪ ਇੰਨਾ ਜ਼ਿਆਦਾ ਹਿੰਸਕ ਬਣ ਗਿਆ ਕਿ ਉਹ ਗਲਤ ਰਾਸਤੇ ਉੱਤੇ ਚੱਲਣ ਲੱਗ ਪਿਆ ਅਤੇ ਮਾਰ-ਕੁੱਟ ਅਤੇ ਹੱਤਿਆ ਦੇ ਮਾਮਲੇ ਵੀ ਉਸ ਉੱਪਰ ਦਰਜ ਹੋਣ ਲੱਗੇ ਅਤੇ ਕਈ ਵਾਰ ਜੇਲ੍ਹ ਦੀ ਹਵਾ ਵੀ ਖਾਣੀ ਪਈ। ਸੋ ਇਸ ਸਾਰੀ ਕਹਾਣੀ ਦਾ ਅੰਤ ਅਸੀਂ ਦੇਖਿਆ ਕਿ ਮਾੜੇ ਕੰਮਾਂ ਦਾ ਨਤੀਜਾ ਮਾੜਾ ਹੀ ਹੁੰਦਾ ਹੈ। ਜਿੱਥੇ ਮਾਇਆ ਨੂੰ ਇਸ 2 ਪਲ ਦੇ ਨਜ਼ਾਰੇ ਦੀ ਖਾਤਰ ਸਮਾਜ ਵਿੱਚ ਥੂ-ਥੂ ਕਰਵਾਉਣੀ ਪਈ, ਉੱਥੇ ਹੀ ਅਨੂਪ ਨੂੰ ਵੀ ਆਪਣੀ ਜ਼ਿੰਦਗੀ ਦੇ ਕੁਝ ਸਾਲ ਇੱਕ ਕਾਲ ਕੋਠੜੀ ਜਿਹੀ ਜੇਲ੍ਹ ਵਿੱਚ ਗੁਜ਼ਾਰਨੇ ਪਏ।
ਜਿਸ ਤੋਂ ਬਾਅਦ ਉਹ ਹੋਰ ਵੀ ਹਿੰਸਕ ਬਣ ਗਿਆ ਅਤੇ ਅਪਰਾਧ ਕਰਨੇ ਸ਼ੁਰੂ ਕਰ ਦਿੱਤੇ, ਜਿਸ ਨੇ ਉਹਦੀ ਜ਼ਿੰਦਗੀ ਨੂੰ ਹੋਰ ਵੀ ਦੁੱਖਾਂ ਨਾਲ ਭਰ ਦਿੱਤਾ। ਉਧਰ ਦੂਜੇ ਪਾਸੇ ਮਾਇਆ ਦੇ ਰਿਸ਼ਤੇ ਵਿੱਚ ਦਰਾਰਾਂ ਆ ਗਈਆਂ, ਸ਼ਾਇਦ ਜਿਹੜੀਆਂ ਕਦੇ ਵੀ ਨਹੀਂ ਭਰੀਆਂ ਜਾ ਸਕਦੀਆਂ ਸਨ। ਅਜਿਹੀਆਂ ਸਮਾਜ ਦੀਆਂ ਕਹਾਣੀਆਂ ਤੋਂ ਇਨਸਾਨ ਨੂੰ ਸੇਧ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਵਿੱਚ ਸਮਾਂ ਕਿਹੋ ਜਿਹਾ ਵੀ ਹੋਵੇ, ਸਾਨੂੰ ਕਦੇ ਵੀ ਗਲਤ ਰਸਤੇ ਨੂੰ ਅਖਤਿਆਰ ਨਹੀਂ ਕਰਨਾ ਚਾਹੀਦਾ। A1 ਪੰਜਾਬੀ, ਪਟਿਆਲਾ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ तो बेझिझक होकर इसको इस्तेमाल करो। सिर्फ 2.5-3 महीने ये 125 बीमारियां तक का इलाज कर सकता है। फी रिलीफ हमेशा याद रखो। बस कुछ दिनों तो मैनू बालों की बड़ी समस्या सी, मेरे बाल झड़ने शुरू हो गए सी। मैनू मेरे दोस्त ने ऑयल फी रिलीफ वाले दसिया। मैं ये तेल 3 महीने लाना अपने सिर ते अप्लाई किया। ये बिल्कुल आयुर्वैदिक तेल है, इसका कोई साइड इफैक्ट नहीं है। तो मेरे बाल ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇੱਕ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।